हाँ जी बच्चे, अज आप अपनी इकोनॉमिक्स की वीडियो करांगे मैजर्स ऑफ गवर्नमेंट डेफिशिएंट रेवन्यू डेफिशिएंट हुंदा जिहदे फिजिकल डेफिशिएंट एंड प्राइमरी डेफिशिएंट है जां जे असीं देखांगे बजट डेफिनेशन डेफिशिएंट की हुंदा मीनिंग टाइप्स मैजरमेंट एंड इंप्लीमेशन। ठीक है जी कि बजट डेफिशिएंट हुंदा की है। हाँ जी, मीनिंग ऑफ बजट डेफिशिएंट वैन रिसीट्स ऑफ गवर्नमेंट फॉल शॉर्ट ऑफ बजट एक्सपेंडिचर मीनस कि जो जड़ियाँ प्राप्तियां वा सरकार दियाँ वो की आ घट जान, मतलब कि घट जान ते जिहड़ा खर्चा वो ज़्यादा हो जाए। द सिचुएशन ऑफ बजट डेफिशिएंट एमरजेस, ठीक है, तो उदों की है जी बजट डेफिशिएंट की जी स्थिति आ बनती है। बजट डेफिशिएंट रेफर्स टू एक्सैस ऑफ बजट एक्सपेंडिचर ओवर बजट रिसीट्स। ठीक है, तो मतलब कि बजट डेफिशिएंट की हुंदा वा जो जो साडे खर्चे आ हो गई आ बजट रिसीट्स तो ज़्यादा हो। क्लीयर बच्चे, तो ਜਿਹੜੇ ਸਾਡੇ ਟੋਟਲ ਐਕਸਪੈਂਡੀਚਰ ਹੁੰਦੇ ਆ ਓਵਰ ਟੋਟਲ ਜਿਹੜੇ ਰਿਸੀਟਸ ਹੁੰਦੇ ਆ ਉਹਨਾਂ ਦਾ ਡਿਫਰੈਂਸ ਹੁੰਦਾ। ਕਲੀਅਰ ਜੀ। ਹਾਂਜੀ, ਬਜਟ ਡੈਫਿਸਿਟ ਇਕੁਅਲ ਕੀ ਹੋਊਗਾ ਸਾਡਾ ਬਜਟ ਐਕਸਪੈਂਡੀਚਰ ਮਾਈਨਸ ਬਜਟ ਰਿਸੀਟਸ। ਤੇ ਇਹਦੇ ਵਿੱਚ ਦੇਖੋ ਟੋਟਲ ਆ ਜਾਂਦਾ, ਇਹਦੇ ਵਿੱਚ ਸਾਡੇ ਬਜਟ ਐਕਸਪੈਂਡੀਚਰ ਮੀਨਸ ਕਿ ਸਾਡਾ ਰੈਵਨਿਊ ਤੇ ਕੈਪੀਟਲ ਐਕਸਪੈਂਡੀਚਰ। ਬਜਟ ਰਿਸੀਟਸ ਵਿੱਚ ਕੀ ਹੈ ਬੋਥ ਰਿਸੀਟਸ ਜਿਹੜੀਆਂ ਹੈਗੀਆਂ ਵਾ ਰੈਵਨਿਊ ਐਂਡ ਕੈਪੀਟਲ ਰਿਸੀਟਸ। ਕਲੀਅਰ ਬੱਚੇ। ਹਾਂਜੀ, ਇਹ ਦੇਖੋ ਇਹੀ ਚੀਜ਼ ਇੱਥੇ ਐਕਸਪਲੇਨ ਕੀਤੀ ਹੋਈ ਹੈ। ਠੀਕ ਹੈ ਜੀ। बजट डेफिसिट च की होगा जो साढ़े जो एक्सपेंडिचर आ ज़्यादा हो जाएंगे तो जी साड़ी रेवन्यू वो की घट जाएंगे। ठीक जी। हाँ जी, टाइप्स ऑफ बजट डेफिसिट किन्ने तरह के होंगे, रेवन्यू डेफिसिट, फिजिकल डेफिसिट, प्राइमरी डेफिसिट। रेवन्यू डेफिसिट की होंगे बच्चे, रेवन्यू डेफिसिट रेफर्स टू एक्सैस ऑफ रेवन्यू एक्सपेंडिचर ओवर रेवन्यू रिसीट्स। ठीक है, रेवन्यू डेफिसिट मीनस की होंगे वा जो जी साढ़े एक्सपेंडिचर आ वो की आ ਰੈਵਨਿਊ ਰਿਸੀਟਸ ਤੋਂ ਜ਼ਿਆਦਾ ਹੋ ਜਾਣ। ਰੈਵਨਿਊ ਰਿਸੀਟਸ ਬਾਰੇ ਅਸੀਂ ਪੜ੍ਹ ਚੁੱਕੇ ਹਾਂ ਕਿ ਰੈਵਨਿਊ ਐਕਸਪੈਂਡੀਚਰ ਕੀ ਹੁੰਦੇ ਆ ਤੇ ਰੈਵਨਿਊ ਰਿਸੀਟਸ ਕੀ ਹੁੰਦੀਆਂ ਵਾ। ਕਲੀਅਰ ਜੀ। ਰੈਵਨਿਊ ਰਿਸੀਟਸ ਵਿੱਚ ਅਸੀਂ ਕੀ ਪੜ੍ਹਿਆ ਸੀਗਾ ਵੀ ਜਿਹੜੀਆਂ ਕੀ ਆ ਜਿਨ੍ਹਾਂ ਨਾਲ ਨਾ ਤਾਂ ਸਰਕਾਰ ਦੀ ਕੋਈ ਐਸਟ ਬਣਦੀ ਆ ਤੇ ਨਾ ਹੀ ਸਰਕਾਰ ਦੀ ਕੋਈ ਲਾਇਬਿਲਿਟੀ ਹੈ ਜਿਹੜੀ ਡਿਕਰੀਜ਼ ਹੁੰਦੀ ਆ, ਜਿਹਦੇ ਵਿੱਚ ਅਸੀਂ ਦੋ ਪੜ੍ਹੀਆਂ ਸੀਗੀਆਂ ਰੈਵਨਿਊ ਰਿਸੀਟਸ ਟੈਕਸ ਤੇ ਨॉन टैक्स। ਕਲੀਅਰ ਜੀ। हाँ जी, नैक्सट साडा सीगा रैवन्यू एक्सपेंडिचर। रैवन्यू एक्सपेंडिचर का भी असीं रिव्यू ले लैंदे आ। रैवन्यू एक्सपेंडिचर हुंदा वा जिहदे नाल ना तां सरकार दा कोई मतलब कि कोई एसट बनदी है ते ना ही कोई लायबिलिटी जिहड़ी असीं पढ़ी है भी वो कोई घटदी है। ठीक है, ਤਾਂ ਇਹਨਾਂ ਵਿੱਚ ਜਿਹੜਾ ਡਿਫਰੈਂਸ ਹੁੰਦਾ ਉਹ ਕੀ ਹੁੰਦਾ ਬੱਚੇ ਸਾਡਾ ਰੈਵਨਿਊ ਡੈਫਿਸਿਟ ਮੀਨਸ ਕਿ ਸਾਡੇ ਰੈਵਨਿਊ ਐਕਸਪੈਂਡੀਚਰ ਜ਼ਿਆਦਾ ਵਾ ਤੇ ਰੈਵਨਿਊ ਰਿਸੀਟਸ ਜਿਹੜੀਆਂ ਘੱਟ ਆ, ਇਟ ਮੀਨਸ ਕਿ ਸਾਡਾ ਰੈਵਨਿਊ ਡੈਫਿਸਿਟ ਹੋ ਗਿਆ। ਇੰਪਲੀਕੇਸ਼ਨ ਔਰ ਸਿਗਨੀਫੀਕੈਂਸ ਆਫ ਰੈਵਨਿਊ ਡੈਫੀਸ਼ੀਐਂਟ ਦਾ ਮਤਲਬ ਕਿ ਇੰਪਲੀਕੇਸ਼ਨ ਜਾਂ ਇਹਦੀ ਸਿਗਨੀਫੀਕੈਂਸ ਕੀ ਹੈ, ਮਹੱਤਤਾ ਕੀ ਹੈ ਇਹਦੀ। ਰੈਵਨਿਊ ਡੈਫਿਸਿਟ ਆਫ ਗਵਰਨਮੈਂਟ ਸ਼ੋਜ਼ ਦਾ ਐਕਸੈਸ ਆਫ ਰੈਵਨਿਊ ਐਕਸਪੈਂਡੀਚਰ ਓਵਰ ਰੈਵਨਿਊ ਸੀਟਸ। ਅਸੀਂ ਬਾਰ-ਬਾਰ ਇਹੀ ਚੀਜ਼ ਪੜ੍ਹ ਰਹੇ ਹਾਂ ਕਿ ਰੈਵਨਿਊ ਜਿਹੜਾ ਡੈਫਿਸਿਟ ਹੁੰਦਾ ਮੀਨਸ ਕਿ ਸਰਕਾਰ ਦੀਆਂ ਜਿਹੜੀਆਂ ਰੈਵਨਿਊ ਐਕਸਪੈਂਡੀਚਰ ਹੁੰਦੇ ਉਹ ਜ਼ਿਆਦਾ ਹੋ ਜਾਂਦੇ, ਰੈਵਨਿਊ ਸੀਟਸ ਜਿਹੜੀਆਂ ਘਟ ਜਾਂਦੀਆਂ ਵਾ। ਠੀਕ ਆ, ਤਾਂ ਇਹ ਕੀ ਇੰਡੀਕੇਟ ਕਰਦਾ ਬੱਚੇ, ਇੰਡੀਕੇਸ਼ਨ ਦਿੰਦਾ ਸਰਕਾਰ ਨੂੰ ਕਿ ਆਈਦਰ ਟੂ ਇਨਕਰੀਜ਼ ਇਟਸ ਰੈਵਨਿਊ ਸੀਟਸ, ਜਾਂ ਤਾਂ ਸਰਕਾਰ ਆਪਣੀਆਂ ਜਿਹੜੀਆਂ ਰੈਵਨਿਊ ਪ੍ਰਾਪਤੀਆਂ ਉਹ ਵਧਾ ਲਵੇ ਜਾਂ ਫਿਰ ਆਪਣੇ ਜਿਹੜੇ ਰੈਵਨਿਊ ਐਕਸਪੈਂਡੀਚਰ ਆ ਉਹ ਘਟਾ ਲਵੇ। ਠੀਕ ਆ, ਗਵਰਨਮੈਂਟ ਕੈਨ ਇਨਕਰੀਜ਼ ਇਟਸ ਰੈਵਨਿਊ ਸੀਟਸ ਆਈਦਰ ਬਾਈ ਇਨਕਰੀਜ਼ਿੰਗ ਟੈਕਸ ਰਿਸੀਟਸ ਔਰ ਨॉन टैक्स ਰਿਸੀਟਸ ਔਰ ਬੋਥ। ਠੀਕ ਆ, ਸਰਕਾਰ ਆਪਣੀ ਬੇਟਾ ਰੈਵਨਿਊ ਰਿਸੀਟਸ ਕਿਸ ਤਰ੍ਹਾਂ ਵਧਾ ਸਕਦੀ ਹੈ, ਜਾਂ ਤਾਂ ਸਰਕਾਰ ਕੀ ਆ ਆਪਣੇ ਟੈਕਸ ਜਿਹੜੇ ਰਿਸੀਟਸ ਆ ਟੈਕਸ ਤੋਂ ਪ੍ਰਾਪਤੀਆਂ ਵਾ ਉਹ ਵਧਾ ਦੇਵੇ, ਜਾਂ ਫਿਰ ਕੀ ਹੈ ਨॉन टैक्स ਜਿਹੜੀਆਂ ਪ੍ਰਾਪਤੀਆਂ ਪੜੀਆਂ ਆਪਾਂ ਉਹਨਾਂ ਵਿੱਚ ਵਾਧਾ ਕਰ ਦੇਵੇ। ਠੀਕ ਆ, ਜਾਂ ਫਿਰ ਦੋਨਾਂ 'ਚ ਕਰ ਦੇਵੇ। ਬਟ ਇਟ ਆਲਸੋ ਕੀਪ ਇਨ ਮਾਈਂਡ ਦ ਇਕਨੋਮਿਕ ਕੰਡੀਸ਼ਨ ਆਫ ਦ ਕੰਟਰੀ ਇਨ ਦਿਸ ਰਿਗਾਰਡ। ਠੀਕ ਆ, ਬਟ ਇਹ ਦੋਨੇ ਜਿਹੜੀਆਂ ਚੀਜ਼ਾਂ ਲਾਗੂ ਕਰਨ ਦੇ ਸਮੇਂ ਸਾਨੂੰ ਆਪਣੀ ਜਿਹੜੀ ਦੇਸ਼ ਦੀ ਸਥਿਤੀ ਆ ਉਹਨੂੰ ਧਿਆਨ 'ਚ ਰੱਖਣਾ ਚਾਹੀਦਾ, ਆਰਥਿਕ ਸਥਿਤੀ ਕਿਸ ਤਰ੍ਹਾਂ ਦੀ ਆ। ਇਫ ਦ ਪਬਲਿਕ ਆਫ ਦ ਕੰਟਰੀ ਇਜ਼ ਪੂਅਰ, ਜੇਕਰ ਸਾਡੇ ਉਸ ਦੇਸ਼ ਦੇ ਜਿਹੜੇ ਲੋਕ ਆ ਗਰੀਬ ਆ, ਇਟ ਕੈਨ ਨਾਟ ਬੀ ਫੋਰਸ ਟੂ ਪੇ ਮੋਰ ਟੈਕਸਸ, ਤਾਂ ਉਹਨਾਂ ਨੂੰ ਆਪਾਂ ਜ਼ਿਆਦਾ ਟੈਕਸ ਪੇ ਕਰਨ ਲਈ ਫੋਰਸ ਨਹੀਂ ਕਰ ਸਕਦੇ। ਠੀਕ ਆ, ਇਨ ਸੱਚ ਆ ਸਿਚੁਏਸ਼ਨ ਦੇਅਰ ਕੈਨ ਬੀ ਨੋ ਇਨਕਰੀਜ਼ ਇਨ ਦਾ ਟੈਕਸ ਰਿਸੀਟਸ, ਤਾਂ ਅਜਿਹੇ ਹਾਲਾਤਾਂ ਵਿੱਚ ਬੱਚੇ ਅਸੀਂ ਕੀ ਆ ਟੈਕਸ ਰਿਸੀਟਸ ਜਿਹੜੇ ਨਹੀਂ ਵਧਾ ਸਕਦੇ। ਲਾਈਕਵਾਈਜ਼ ਇਟ ਆਲਸੋ ਨਾਟ ਪੋਸੀਬਲ ਟੂ ਇਨਕਰੀਜ਼ ਨॉन टैक्स ਜਿਹੜੀਆਂ ਰਿਸੀਟਸ ਆ ਉਹਨਾਂ ਨੂੰ ਵੀ ਨਹੀਂ ਵਧਾ ਸਕਦੇ। ਠੀਕ ਆ, ਤਾਂ ਅਸੀਂ ਪੜ੍ਹ ਲਿਆ ਕਿ ਰੈਵਨਿਊ ਜਿਹੜਾ ਡੈਫੀਸਿਟ ਆ ਉਹਨੂੰ ਕੀ ਆ ਬੇਸਿਕ ਮੈਥਡਸ ਆ ਜਿਹੜੇ ਇਹਨੂੰ ਕੰਟੇਨ ਕਰਕੇ ਰੱਖ ਸਕਦੇ ਆ। ਇਨਕਰੀਜ਼ਨ ਜਾਂ ਤਾਂ ਆਪਾਂ ਕੀ ਆ ਆਪਣੇ ਰੈਵਨਿਊ ਰਿਸੀਟਸ ਇਨਕਰੀਜ਼ ਕਰ ਦਈਏ ਜਾਂ ਫਿਰ ਕੀ ਆ ਆਪਣੇ ਜਿਹੜੇ ਰੈਵਨਿਊ ਐਕਸਪੈਂਡੀਚਰ ਆ ਉਹਨਾਂ 'ਚ ਰਿਡਕਸ਼ਨ ਕਰ ਦਈਏ। ਕਲੀਅਰ ਬੱਚੇ, ਆ ਜਾਏंगे ਨੈਕਸਟ ਪੁਆਇੰਟ ਤੇ। ਹਾਂਜੀ, ਦੈਟਸ ਬਾਈ ਗਵਰਨਮੈਂਟ ਜਨਰਲੀ ਬੋਰੋਜ਼ ਟੂ ਬ੍ਰਿਜ ਇਟਸ ਰੈਵਨਿਊ ਡੈਫਿਸਿਟ, ਤਾਂ ਕਰਕੇ ਸਰਕਾਰ ਨੂੰ ਇਹਨਾਂ ਵਿੱਚ ਕੀ ਹੈ ਇੱਕ ਤਰ੍ਹਾਂ ਨਾਲ ਬ੍ਰਿਜ ਬਣਾਉਣਾ ਪੈਂਦਾ ਵਾ। ਠੀਕ ਆ, ਬਟ ਬੋਰਿੰਗ ਕ੍ਰੀਏਟ ਲਾਇਬਿਲਿਟੀ ਫॉर ਗਵਰਨਮੈਂਟ ਐਂਡ ਦਿਸ ਹੈਜ਼ ਸੀਰੀਅਸ ਇੰਪਲੀਕੇਸ਼ਨ ਇਨ ਦਾ ਲੌਂਗ ਪੀਰੀਅਡ। ਜੇਕਰ ਸਰਕਾਰ ਬੇਟਾ ਨॉन टैक्स ਮਤਲਬ ਕਿ ਸੀਟਸ ਵਿੱਚ ਅਸੀਂ ਪੜਿਆ ਵੀ ਜੇ ਸਰਕਾਰ ਲੋਨ ਲੈ ਲਵੇ, ਠੀਕ ਆ, ਤਾਂ ਇਹਦੇ ਨਾਲ ਸਰਕਾਰ ਦੀ ਦੇਣਦਾਰੀ ਵੱਧ ਜੂਗੀ, ਤਾਂ ਇਹ ਕੀ ਹੈ ਲੰਬੇ ਸਮੇਂ ਵਿੱਚ ਇੱਕ ਸੀਰੀਅਸ ਪ੍ਰੋਬਲਮ ਪੈਦਾ ਕਰ ਸਕਦੀ ਹੈ। ਠੀਕ ਆ,
ਕਿਉਂਕਿ ਜੇ ਹੁਣ ਦੇਖੋ ਮੰਨ ਲਓ ਸਰਕਾਰ ਨੇ ਲੋਨ ਲੈ ਲਿਆ ਤਾਂ ਸਰਕਾਰ ਨੇ ਜਿਹੜਾ ਉਹਦਾ ਵਿਆਜ ਪੇ ਕਰਨਾ, ਲੋਨ ਦੀ ਅਮਾਉਂਟ ਪੇ ਕਰਨੀ ਆ, ਉਹ ਕਿੱਥੋਂ ਲੈਣੀ ਆ? ਉਹ ਲੋਕਾਂ ਤੋਂ ਹੀ ਕਲੈਕਟ ਕਰਨੀ ਆ। ਤਾਂ ਲੋਕ ਤਾਂ ਪਹਿਲਾਂ ਹੀ ਮਤਲਬ ਕਿ ਗਰੀਬ ਆ, ਉਹ ਕਿੱਥੇ ਪੇ ਕਰ ਦੇਣਗੇ? ਤਾਂ ਇਟ ਮੀਨਸ ਕਿ ਸਰਕਾਰ ਦਾ ਹੋਰ ਬਰਡਨ ਵਧੂਗਾ। ਠੀਕ ਹੈ, ਇਸ ਤਰ੍ਹਾਂ ਜਿਹੜਾ ਸਾਡਾ ਦੇਸ਼ ਆ ਉਹਦਾ ਬਰਡਨ ਵਧੀ ਜਾਊਗਾ, ਤਾਂ ਇੱਕ ਤਰ੍ਹਾਂ ਨਾਲ ਸਾਡੇ ਦੇਸ਼ ਤੇ ਜਿਹੜਾ ਕਰਜ਼ ਜਿਹੜਾ ਲੋਨ ਦਾ ਉਹ ਜ਼ਿਆਦਾ ਹੋ ਜਾਊਗਾ। ਕਲੀਅਰ ਬੱਚੇ? In such a situation, government should try to reduce its revenue expenditure to solve the problem of revenue deficit। ਤਾਂ ਇਹਦੇ ਵਿੱਚ ਇੱਕ ਹੀ ਹੈ ਜਿਹੜਾ ਉਹਨਾਂ ਨੂੰ ਬਚ ਜਾਂਦਾ ਵਾ ਸੋਲੂਸ਼ਨ। ਕੀ ਬਚ ਜਾਂਦਾ ਬੱਚੇ? ਉਹ ਰੈਵਨਿਊ ਐਕਸਪੈਂਡੀਚਰ ਜਿਹੜਾ ਉਹਨੂੰ ਆਪਾਂ ਨੂੰ ਘੱਟ ਕਰਨਾ ਪੈਂਦਾ ਵਾ। ਠੀਕ ਆ, ਇਟ ਮਸਟ ਬੀ ਨੋਟਡ ਹੇਅਰ ਦੈਟ ਗਵਰਨਮੈਂਟ ਸ਼ੁਡ ਰਿਡਿਊਸ ਓਨਲੀ ਵੇਸਟਫੁਲ ਐਕਸਪੈਂਡੀਚਰ ਔਰ ਨਾਨ ਡਿਵੈਲਪਮੈਂਟ ਐਕਸਪੈਂਡੀਚਰ ਇਨ ਆਰਡਰ ਟੂ ਰਿਡਿਊਸ ਰੈਵਨਿਊ ਐਕਸਪੈਂਡੀਚਰ। ਇੱਥੇ ਇਹ ਵੀ ਸਰਕਾਰ ਨੂੰ ਗੱਲ ਧਿਆਨ ਦੇਣ ਵਾਲੀ ਹੁੰਦੀ ਹੈ ਸਰਕਾਰ ਲਈ ਕਿ ਉਹ ਆਪਣੇ ਸਿਰਫ ਜਿਹੜੇ ਵੇਸਟਫੁਲ ਖਰਚੇ ਆ, ਠੀਕ ਆ, ਜਾਂ ਨਾਨ ਡਿਵੈਲਪਮੈਂਟ ਐਕਸਪੈਂਡੀਚਰ ਕਹਿ ਸਕਦੇ ਆ, ਵੀ ਉਹਨਾਂ 'ਚ ਕਮੀ ਕਰੇ ਤੇ ਆਪਣੇ ਡਿਵੈਲਪਡ ਜਿਹੜੇ ਐਕਸਪੈਂਡੀਚਰ ਆ, ਮਤਲਬ ਕਿ ਜਿਨ੍ਹਾਂ ਨਾਲ ਡਿਵੈਲਪਮੈਂਟ ਹੋ ਰਹੀ ਹੈ ਉਹਨਾਂ ਖਰਚਿਆਂ 'ਚ ਨਹੀਂ ਕਰ ਸਕਦੀ, ਕਿਉਂਕਿ ਇਹਦਾ ਕੀ ਹੈ ਨੈਗੇਟਿਵ ਇਫੈਕਟ ਪਊਗਾ ਸਾਡੀ ਇਕਨੋਮਿਕ ਡਿਵੈਲਪਮੈਂਟ ਤੇ। ਆਈ ਹੋਪ ਜਿਹੜਾ ਤੁਹਾਨੂੰ ਇੰਨਾ ਜਿਹੜਾ ਕਲੀਅਰ ਹੋ ਗਿਆ ਹੋਊਗਾ। ਆਪਾਂ ਬੱਚੇ ਬਹੁਤ ਹੌਲੀ ਸਪੀਡ ਨਾਲ ਚੱਲ ਰਹੇ ਆ, ਫਿਰ ਵੀ ਬਹੁਤ ਸਾਰੇ ਬੱਚੇ ਆ ਜਿਹੜੇ ਨਹੀਂ ਦੇਖ ਰਹੇ ਵੀਡੀਓਜ਼। ਠੀਕ ਆ, ਤਾਂ ਫਿਰ ਅੱਗੇ ਜਾ ਕੇ ਮੈਂ ਇਹ ਚੀਜ਼ਾਂ ਰਿਵਾਈਜ਼ ਨਹੀਂ ਕਰਨੀਆਂ, ਤਾਂ ਕਿਰਪਾ ਕਰਕੇ ਆਪਣੀ ਵੀਡੀਓ ਨੂੰ ਸੁਣਿਆ ਕਰੋ ਤੇ ਆਪਣੇ ਜਿਹੜਾ ਕੰਟੀਨਿਊ ਕਰੋ ਸਟੱਡੀ ਨੂੰ। ਕਲੀਅਰ ਬੱਚੇ?